ਸਤਿੰਦਰ ਜੈਨ ਨੇ ਇਹ ਕਹਿ ਕੇ ਖਾਰਿਜ ਕਰ ਦਿੰਦਾ ਕਿ ਉਹ ਖੂੰਖਾਰ ਅੱਤਵਾਦੀ ਹੈ। ਆਪਾਂ ਇਸ ਗੱਲ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਖੂੰਖਾਰ ਅੱਤਵਾਦੀ ਕਹਿਣ ਦਾ ਮਤਲਬ ਕੀ ਹੈ। ਇੱਕ ਬੰਦੇ ਦੀ ਏਜ ਦੇਖ ਲਓ ਕਿ ਇੱਕ 55-60 ਸਾਲ ਦਾ ਬੰਦਾ ਖੂੰਖਾਰ ਅੱਤਵਾਦੀ ਤੁਹਾਨੂੰ ਨਜ਼ਰ ਆ ਰਿਹਾ ਹੈ। ਮਨੁੱਖੀ ਅਧਿਕਾਰਾਂ ਦੀ ਗੱਲ ਛੱਡਦੇ ਗੱਲ ਤੋਂ ਪੰਜਾਬ ਦਾ, ਸਿੱਖਾਂ ਦਾ, ਪੰਜਾਬੀਆਂ ਦਾ ਕਿੰਨਾ ਹਿਤੈਸ਼ੀ ਹੈ। ਇਹ ਰਾਈਟਫੁਲ ਜਿਹੜਾ ਬੰਦਾ ਏਡੇ ਸਾਲਾਂ ਦੀ ਦੋ ਉਮਰ ਕੈਦਾਂ ਭੁਗਤ ਚੁੱਕਾ ਹੈ ਔਰ ਜਿਸ ਨੂੰ ਸੈਂਟਰਲ ਗਵਰਨਮੈਂਟ ਨੇ ਐਮਨੈਸਟੀ ਸਕੀਮ ਦੇ ਵਿੱਚ ਰਿਹਾ ਕਰਨ ਦਾ ਫੈਸਲਾ ਕਰ ਦਿੱਤਾ, ਤੂੰ ਇਸ ਵੇਲੇ ਤੇਰੀ ਸਰਕਾਰ ਇਸ ਨੂੰ ਰੋਕਦੀ ਪਈ ਹੈ। ਜਸਟਿਸ ਦੀ ਨਜ਼ਰ ਨਾਲ ਦੇਖੋ, ਹਿਊਮਨ ਰਾਈਟਸ ਦੀ ਨਜ਼ਰ ਨਾਲ ਦੇਖੋ, ਹਰੇਕ ਲਿਹਾਜ਼ ਨਾਲ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਹੋਣੀ ਚਾਹੀਦੀ ਹੈ। ਜੋ ਸੈਂਟਰ ਨੇ ਕਹਿ ਰੱਖਿਆ ਕਿ ਆਪਣਾ ਅਸੀਂ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏ ਤੇ ਫਿਰ ਨੋਟੀਫਿਕੇਸ਼ਨ ਉਹਨਾਂ ਤੁਹਾਡੇ ਕੋਲ ਹੈ। ਜਿਹੜਾ ਹਿਊਮਨ ਰਾਈਟ ਕਮਿਸ਼ਨ ਵੀ ਕਹਿੰਦਾ ਆ ਤੁਹਾਨੂੰ ਦਿੱਕਤ ਕੀ ਹੈ, ਤੁਸੀਂ ਆਪਣੇ ਵੱਲੋਂ ਪਾਸ ਕਰਦੇ, ਤੁਸੀਂ ਆਪਣੇ ਵੱਲੋਂ ਪਾਸ ਨਹੀਂ ਕੀਤਾ ਔਰ ਅੱਜ ਸਾਨੂੰ ਫਿਰ ਦੁਬਾਰਾ ਤੁਹਾਡੇ ਵਿਧਾਨ ਸਭਾ ਦੇ ਲਾਗੇ ਔਰ ਕੇਜਰੀਵਾਲ ਦੇ ਘਰ ਆਣਾ ਪਿਆ। ਭੁੱਲਰ ਸਾਹਿਬ ਦਿੱਲੀ ਤਿਹਾੜ ਜੇਲ੍ਹ ਦੇ ਕੈਦੀ ਨੇ, ਦਿੱਲੀ ਸਰਕਾਰ ਦੇ ਥੱਲੇ ਆਂਦੀ ਹੈ। ਭਾਵੇਂ ਅੱਜ ਕੱਲ੍ਹ ਉਹ ਅੰਮ੍ਰਿਤਸਰ ਜੇਲ੍ਹ 'ਚ ਨੇ ਸਿਹਤ ਨਾ ਠੀਕ ਹੋਣ ਕਰਕੇ, ਪਰ ਉਹਨਾਂ ਦੀ ਰਿਹਾਈ ਦਿੱਲੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। 5 ਮੀਟਿੰਗਾਂ ਸੈਂਟੈਂਸ ਰਿਵਿਊ ਬੋਰਡ ਦੀਆਂ ਹੋਈਆਂ, 5 ਦੇ ਵਿੱਚ ਹੁਣ ਜਿਹੜੀ ਲੇਟੈਸਟ ਹੋਈ ਹੈ, ਕਿਉਂਕਿ 20 ਫਰਵਰੀ ਨੂੰ ਪੰਜਾਬ ਦੀਆਂ ਚੋਣਾਂ ਸੀ। ਕੇਜਰੀਵਾਲ ਸਾਹਿਬ, ਆਮ ਆਦਮੀ, ਭਗਵੰਤ ਮਾਨ ਤੋਂ ਲੈ ਕੇ ਸਾਰਿਆਂ ਨੇ ਇਹ ਆਖਿਆ ਕਿ ਇਹਨਾਂ ਦੀ ਰਿਹਾਈ ਪੱਕੀ ਹੋਏਗੀ। ਹੁਣ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਰਿਜੈਕਟ ਕਰ ਦਿੱਤਾ ਗਿਆ ਹੈ। ਮੈਂ ਸਮਝਦਾ ਕਿ ਅੱਜ ਅਸੀਂ ਵਿਧਾਨ ਸਭਾ, ਤੁਸੀਂ ਪਿੱਛੇ ਦੇਖ ਸਕਦੇ ਹੋ, ਹਿੰਦੁਸਤਾਨ ਦਾ ਤਿਰੰਗਾ ਲਹਿਰਾ ਰਿਹਾ ਹੈ, ਪਿੱਛੇ ਵਿਧਾਨ ਸਭਾ ਨਜ਼ਰ ਆ ਰਹੀ ਹੈ। ਔਰ ਜਿਵੇਂ ਅਵਤਾਰ ਜੀ ਨੇ ਆਖਿਆ, ਅਸੀਂ ਅੱਜ ਕੇਜਰੀਵਾਲ ਦੇ ਬੂਹੇ ਤੇ ਫੇਰ ਆਏ ਹਾਂ। ਉਹਨੂੰ ਇਹ ਆਖਣ ਆਏ ਹਾਂ ਕਿ ਤੂੰ ਮਨੁੱਖੀ ਅਧਿਕਾਰਾਂ ਦੀ ਗੱਲ ਛੱਡਦੇ ਗੱਲ ਤੂੰ ਪੰਜਾਬ ਦਾ, ਸਿੱਖਾਂ ਦਾ, ਪੰਜਾਬੀਆਂ ਦਾ ਕਿੰਨਾ ਹਿਤੈਸ਼ੀ ਹੈ। ਇਹ ਰਾਈਟਫੁਲ ਜਿਹੜਾ ਬੰਦਾ ਏਡੇ ਸਾਲਾਂ ਦੀ ਦੋ ਉਮਰ ਕੈਦਾਂ ਭੁਗਤ ਚੁੱਕਾ ਹੈ ਔਰ ਜਿਸ ਨੂੰ ਸੈਂਟਰਲ ਗਵਰਨਮੈਂਟ ਨੇ ਐਮਨੈਸਟੀ ਸਕੀਮ ਦੇ ਵਿੱਚ ਰਿਹਾ ਕਰਨ ਦਾ ਫੈਸਲਾ ਕਰ ਦਿੱਤਾ, ਤੂੰ ਇਸ ਵੇਲੇ ਤੇਰੀ ਸਰਕਾਰ ਇਸ ਨੂੰ ਰੋਕਦੀ ਪਈ ਹੈ। ਬੜੀ ਕਲੀਅਰ ਗੱਲ ਹੈ। ਤੁਸੀਂ ਪੰਜਾਬੀ ਟੀਚਰਾਂ ਦੀ ਗੱਲ ਕਰਦੇ ਹੋ, ਅਸੀਂ ਕਿਵੇਂ ਪਾਸ ਕਰਾਈਆਂ। ਤੁਸੀਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਹੋ, ਜੋ ਤੁਸੀਂ ਕਰਦੇ ਹੋ ਉਹਦੇ ਉਲਟ ਪਏ ਹੋ। 20 ਤਰੀਕ ਨਿਕਲ ਚੁੱਕੀ ਹੈ, ਡੱਬੇ 'ਚ ਵੋਟਾਂ ਪੈ ਚੁੱਕੀਆਂ। ਹੁਣ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਲੋੜ ਨਹੀਂ। ਇਹਨੂੰ ਪੋਲੀਟੀਕਲ ਚਸ਼ਮਾ ਉਤਾਰ ਕੇ ਇਸ ਨੂੰ ਜਸਟਿਸ ਦੀ ਨਜ਼ਰ ਨਾਲ ਦੇਖੋ, ਹਿਊਮਨ ਰਾਈਟਸ ਦੀ ਨਜ਼ਰ ਨਾਲ ਦੇਖੋ, ਹਰੇਕ ਲਿਹਾਜ਼ ਨਾਲ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਹੋਣੀ ਚਾਹੀਦੀ ਹੈ। ਅਸੀਂ ਕਈ ਦਫਾ ਧਰਨੇ ਪ੍ਰਦਰਸ਼ਨ ਕੀਤੇ ਔਰ ਹੌਲੀ ਕਾਮਯਾਬੀ ਵੱਲ ਪਹੁੰਚੇ ਆ। ਇਹ ਸਰਕਾਰ ਜਿਹੜੀ ਕੇਜਰੀਵਾਲ ਪਹਿਲਾਂ ਤਾਂ ਕਹਿੰਦੀ ਸੀਗੀ ਕਿ ਆਪਣਾ ਉੱਥੇ ਭਗਵੰਤ ਮਾਨ ਜੀ ਕਹਿੰਦੇ ਐਲਜੀ ਕੋਲ ਰਿਪੋਰਟ ਪਈ ਹੈ, ਫਾਈਲ ਪਈ ਹੈ। ਫਿਰ ਕੇਜਰੀਵਾਲ ਜੀ ਕਹਿੰਦੇ ਨਹੀਂ ਜੀ, ਉਹ ਸਾਡੇ ਇੱਥੇ ਕਮੇਟੀ ਹੁੰਦੀ ਹੈ ਕਿ ਆਪਾਂ ਦੇਖਾਂਗੇ, ਜਾ ਕੇ ਕਰਾਂਗੇ। ਉਸ ਤੋਂ ਬਾਅਦ ਜੇ ਹੁਣ ਲਈ ਇਹਨਾਂ ਨੇ ਆਪਣਾ ਸਾਰ ਲਈ ਹੈ ਤੇ ਉਹਦੇ ਵਿੱਚ ਇਹਨਾਂ ਨੇ ਫਿਰ ਉਹਨਾਂ ਨੂੰ ਡੈਫਰ ਕਰ ਦਿੱਤਾ ਅੱਗੇ, ਤਾਂ ਕਿ ਅੱਗੇ ਇਲੈਕਸ਼ਨ ਆ ਰਹੇ ਨੇ ਕਿ ਸਿੱਖਾਂ ਦੀ ਜਿਹੜੀਆਂ ਵੋਟਾਂ ਨਾ ਖਰਾਬ ਹੋਣ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕੇਜਰੀਵਾਲ ਜੀ ਨੂੰ, ਜੇ ਤੁਸੀਂ ਉਸ 'ਚ ਆਪਣੇ 5 ਬੰਦੇ ਸਾਈਨ ਕਰ ਦਿੰਦੇ ਤੇ ਉਹ ਸਾਨੂੰ ਪਤਾ ਲੱਗਦਾ ਵੀ ਤੁਸੀਂ ਆਪਣੇ ਵੱਲੋਂ ਕਰਤਾ, ਫਿਰ ਅਸੀਂ ਸੈਂਟਰ ਦੇ ਦਿਵਾਲੇ ਹੁੰਦੇ। ਜੋ ਸੈਂਟਰ ਨੇ ਕਹਿ ਰੱਖਿਆ ਕਿ ਆਪਣਾ ਅਸੀਂ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏ ਤੇ ਫਿਰ ਨੋਟੀਫਿਕੇਸ਼ਨ ਉਹਨਾਂ ਤੁਹਾਡੇ ਕੋਲ ਹੈ। ਜਿਹੜਾ ਹਿਊਮਨ ਰਾਈਟ ਕਮਿਸ਼ਨ ਵੀ ਕਹਿੰਦਾ ਆ ਤੁਹਾਨੂੰ ਦਿੱਕਤ ਕੀ ਹੈ, ਤੁਸੀਂ ਆਪਣੇ ਵੱਲੋਂ ਪਾਸ ਕਰਦੇ, ਤੁਸੀਂ ਆਪਣੇ ਵੱਲੋਂ ਪਾਸ ਨਹੀਂ ਕੀਤਾ ਔਰ ਅੱਜ ਸਾਨੂੰ ਫਿਰ ਦੁਬਾਰਾ ਤੁਹਾਡੇ ਵਿਧਾਨ ਸਭਾ ਦੇ ਲਾਗੇ ਔਰ ਕੇਜਰੀਵਾਲ ਦੇ ਘਰ ਆਣਾ ਪਿਆ ਉਹਨੂੰ ਜੁਗਾਉਣ ਵਾਸਤੇ ਕਿ ਭਾਈ ਸਾਡੇ ਜਿਹੜੇ ਮਨੁੱਖੀ ਅਧਿਕਾਰ ਹੈ ਉਹਨਾਂ ਦਾ ਹਨਨ ਨਾ ਕਰ। ਅੱਜ ਸਾਨੂੰ ਦੁੱਖ ਹੈ ਇਸ ਚੀਜ਼ ਦਾ ਕਿ ਸਿੱਖਾਂ ਦੇ ਨਾਲ ਹਮੇਸ਼ਾ ਵਿਤਕਰਾ ਹੁੰਦਾ ਹੈ। ਜਦੋਂ ਕੁਰਬਾਨੀਆਂ ਦੀ ਗੱਲ ਕਰੀਏ, ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕਮਿਊਨਿਟੀ ਦੀਆਂ ਨੇ। ਉਸ ਤੋਂ ਬਾਵਜੂਦ ਫਿਰ ਅਸੀਂ ਕਿੱਥੇ ਖੜੇ ਆ, ਸਾਡਾ ਕੀ ਹੱਕ ਹੈ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਸਾਡੇ ਜਿਹੜੇ ਹੱਕਾਂ ਨੂੰ ਕਿ ਆਪਣਾ ਤੁਸੀਂ ਸਾਡੇ ਨਾਲ ਜਿਹੜਾ ਮਨੁੱਖੀ ਅਧਿਕਾਰਾਂ ਦਾ ਹਨਨ ਕਰਦੇ ਹੋ। ਸੋ ਇਹ ਅੱਜ ਬੇਨਤੀ ਕਰਨ ਆਏ ਆ ਕਿ ਭਾਈ ਜਿਹੜਾ ਤੁਹਾਡਾ ਸੈਂਟੈਂਸ ਰਿਵਿਊ ਬੋਰਡ ਹੈਗਾ ਉਹਦੇ ਆਧਾਰ ਤੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਔਰ ਸੈਂਟਰ ਦੀ ਸਰਕਾਰ ਦੇ ਨੋਟੀਫਿਕੇਸ਼ਨ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਛੱਡਿਆ ਜਾਏ, ਛੇਤੀ ਛੇਤੀ ਉਹਨਾਂ ਦੀ ਜਿਹੜੀ ਰਿਹਾਈ ਹੋਣੀ ਚਾਹੀਦੀ ਹੈ। ਸੋ ਇਹ ਆਪਾਂ ਸਾਰੇ ਮਿਲ ਕੇ ਅੱਜ ਇਕੱਠੇ ਹੋਏ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਹਾਂ, ਕਿਉਂਕਿ ਕੇਜਰੀਵਾਲ ਨੇ ਦੇਖਿਆ ਜਾਏ ਤਾਂ ਪੰਜਾਬੀ ਦਾ ਵੀ ਬੜਾ ਸਾਡੇ ਇੱਥੇ ਪੰਜਾਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਦੀ ਗੱਲ ਕਰੀਏ, ਉਹ ਰਸਤਾ ਬੰਦ ਕੀਤਾ ਇਹਨੇ, ਸਿੱਖਾਂ ਨੂੰ ਬਿਲਕੁਲ ਇਗਨੋਰ ਕੀਤਾ। ਯੂਨੀਵਰਸਿਟੀ 'ਚ ਆਪਣਾ ਚੇਅਰ ਸਥਾਪਿਤ ਕਰਨੀ ਸੀ ਉਹ ਨਹੀਂ ਕੀਤੀ,
ਔਰ ਆਪਣਾ ਡਿਜੀਟਲ ਲਾਇਬ੍ਰੇਰੀ ਕਰਨੀ ਸੀ ਦਿੱਲੀ ਹਾਟ ਦੇ ਵਿੱਚ, ਕਹਿ ਦਿੱਤਾ ਪਰ ਕੀਤਾ ਕੱਖ ਨਹੀਂ ਇਹਨੇ। ਤੇ ਇਹ ਸਾਡੇ ਅਧਿਕਾਰਾਂ ਨੂੰ ਖਤਮ ਕਰ ਰਹੇ ਨੇ। ਜੇ ਗੱਲ ਕਰੀਏ ਵੀ ਸਿੱਖਾਂ ਨੂੰ ਤੇ ਇਹ ਸੋਚਦੇ ਆ ਕਿ ਸ਼ਾਇਦ ਸਾਨੂੰ ਸੱਚ ਨਾਲ ਅਸੀਂ ਚੱਲ ਰਹੇ ਹਾਂ ਵੀ ਸਾਨੂੰ ਵੋਟਾਂ ਪਾ ਦੇਣਗੇ, ਪਰ ਸਿੱਖਾਂ ਨੂੰ ਇਹ ਜਾਗਣਾ ਪਏਗਾ, ਕਿਉਂਕਿ ਇਹ ਹੁਣ ਉਹ ਸਮਾਂ ਨਹੀਂ ਹੈਗਾ ਕਿ ਅਸੀਂ ਆਪਣੇ ਸਿੱਖਾਂ ਨੂੰ ਮਰਵਾਈ ਜਾਈਏ। ਸਾਡੇ ਰਾਈਟਸ ਨੇ, ਹਿਊਮਨ ਰਾਈਟਸ ਕਮਿਸ਼ਨ ਵੀ ਕਹਿੰਦਾ ਸਾਡੇ ਮਨੁੱਖੀ ਅਧਿਕਾਰ ਜਿਹੜੇ, ਸਾਡਾ ਲੋਕਤੰਤਰ ਸਾਨੂੰ ਕਹਿੰਦਾ ਤੇ ਸਾਨੂੰ ਅਧਿਕਾਰ ਲੈਣੇ ਨੇ। ਔਰ ਹੁਣ ਸਾਨੂੰ ਜਾਗ ਜਾਣਾ ਚਾਹੀਦਾ, ਚਾਹੇ ਕੋਰਟ ਦੇ ਥਰੂ ਜਾਈਏ, ਜੇ ਅਗਰ ਨਹੀਂ ਮੰਨਦੇ ਤਾਂ ਕੋਰਟ ਵੀ ਜਾਵਾਂਗੇ। ਜਿਹੜੀ ਵੀ ਇਹ ਡੈਫਰ ਕੀਤੀ ਗਈ ਹੈ ਭੁੱਲਰ ਸਾਹਿਬ ਦੀ ਰਿਹਾਈ, ਉਹਦੇ ਵਿੱਚ ਡੈਫਰ ਕਰਨ ਵਾਲੇ ਪ੍ਰਿੰਸੀਪਲ ਸੈਕਟਰੀ ਲਾਅ ਐਂਡ ਜਸਟਿਸ ACP ਜੋ ਇੱਕ ਨਿਯੁਕਤ ਕੀਤਾ ਜਾਂਦਾ ਦਿੱਲੀ ਪੁਲਿਸ ਵੱਲੋਂ ਦੀ ਉਸ ਟੀਮ ਮੈਂਬਰ ਦੇ ਅੰਦਰ, ਤੇ ਤੀਸਰਾ ਹੋਮ ਮਿਨਿਸਟਰ, ਇਹ ਤਿੰਨਾਂ ਨੇ ਇਹ ਕਹਿ ਕੇ ਡੈਫਰ ਕਰ ਦਿੱਤੀ ਗਈ ਕਿ ਭੁੱਲਰ ਸਾਹਿਬ ਇੱਕ ਖੂੰਖਾਰ ਅੱਤਵਾਦੀ ਹੈ। ਮੈਂ ਸ਼ਾਇਦ ਉਹ ਆਪਣਾ ਇੱਕ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਲਾਈਨ ਜਾਂ ਗਾਈਡਲਾਈਨਸ ਭੁੱਲ ਚੁੱਕੇ ਨੇ, ਜਿਹੜੀ ਸਾਨੂੰ ਬਾਰ-ਬਾਰ ਜਿਹਨਾਂ ਨੂੰ ਯਾਦ ਦਿਵਾਉਣੀ ਪੈਂਦੀ ਹੈ ਕਿ ਅਗਰ ਕੋਈ ਪ੍ਰੀ ਮੈਚੁਰ ਰਿਲੀਜ਼ ਲਈ ਐਲੀਜੀਬਲ ਹੁੰਦਾ ਹੈ, ਉਹਦੇ ਵਿੱਚ ਇੱਕ ਪੁਆਇੰਟ ਇਹ ਵੀ ਹੈ ਕਿ ਅਗਰ ਉਹਦੀ ਸ਼ਮਤਾ ਕ੍ਰਾਈਮ ਕਰਨ ਦੀ ਐਬਿਲਿਟੀ ਆਫ ਕ੍ਰਾਈਮ ਅਗਰ ਖਤਮ ਹੋ ਚੁੱਕੀ ਹੈ ਜਾਂ ਉਹ ਮੈਂਟਲੀ ਸਫਰ ਕਰ ਰਿਹਾ ਹੈ, ਉਹਦੀ ਹੈਲਥ ਠੀਕ ਨਹੀਂ ਹੈਗੀ ਹੈ, ਤੇ ਉਹਨੂੰ ਪ੍ਰੀ ਮੈਚੁਰ ਰਿਲੀਜ਼ ਮਿਲ ਸਕਦੀ ਹੈ, ਉਹ ਮਿਲਣੀ ਚਾਹੀਦੀ ਵੀ ਹੈ। ਇਹ ਪ੍ਰੋਵੀਜ਼ਨ ਹੈ। 20 ਸਾਲ ਪਲੱਸ ਇੱਕ ਨਾਰਮਲ ਕੈਦੀ ਨੂੰ ਹੁੰਦੇ ਆ, ਤੇ ਹੀਨੀਅਸ ਕ੍ਰਾਈਮ ਕਰਨ ਵਾਲੇ ਨੂੰ ਅਗਰ ਗੱਲ ਕੀਤੀ ਜਾਵੇ, ਉਸ ਹੀਨੀਅਸ ਕ੍ਰਾਈਮ ਕਰਨ ਵਾਲੇ ਦੇ ਵਿੱਚ ਅੱਤਵਾਦੀ ਦੀ ਕੈਟਾਗਰੀ ਵੀ ਮੌਜੂਦ ਹੈ। ਅਗਰ ਇਹ ਗੱਲਾਂ ਸਮਝਣ ਚਾਹਣ ਤੇ ਇਹ ਸਾਡੇ ਬੰਦੇ ਛੱਡ ਸਕਦੇ ਨੇ। ਅਸੀਂ ਇੱਕ ਗੱਲ ਨੋਟਿਸ ਕੀਤੀ ਹੈ, ਅਸੀਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨੂੰ ਲੈਟਰ ਦਿੱਤੀ, ਸਾਰੇ ਡਾਕੂਮੈਂਟੇਸ਼ਨ ਉਹਨਾਂ ਨੂੰ ਦਿਖਾਏ, ਉਹਨਾਂ ਨੇ ਇਸੇ ਅਪੋਜ਼ ਨਹੀਂ ਕੀਤਾ। ਹੋਮ ਟਾਊਨ ਅੰਮ੍ਰਿਤਸਰ ਤੋਂ ਉਹਨਾਂ ਦੀ ਪੁਲਿਸ ਦੀ ਰਿਪੋਰਟ ਆਈ ਹੈ, ਉਹਨਾਂ ਨੇ ਅਪੋਜ਼ ਨਹੀਂ ਕੀਤਾ। ਉਸ ਤੋਂ ਬਾਅਦ ਹਸਪੀਟਲ ਦੀ ਰਿਪੋਰਟ ਕਿ ਵੀ ਇਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਐਮਰਜੈਂਸੀ ਲੈਵਲ ਤੇ ਲੋੜ ਹੈ, ਉਹਨਾਂ ਨੇ ਅਪੋਜ਼ ਨਹੀਂ ਕੀਤਾ। ਉਸ ਤੋਂ ਬਾਅਦ ਇਹ ਜਿੰਨੇ ਵੀ ਅਸੀਂ ਦੇਖੇ ਹੈ, ਸਤਿੰਦਰ ਜੈਨ ਨੇ ਇਹ ਕਹਿ ਕੇ ਖਾਰਿਜ ਕਰ ਦਿੰਦਾ ਕਿ ਉਹ ਖੂੰਖਾਰ ਅੱਤਵਾਦੀ ਹੈ। ਆਪਾਂ ਇਸ ਗੱਲ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਖੂੰਖਾਰ ਅੱਤਵਾਦੀ ਕਹਿਣ ਦਾ ਮਤਲਬ ਕੀ ਹੈ? ਇੱਕ ਬੰਦੇ ਦੀ ਏਜ ਦੇਖ ਲਓ ਕਿ ਇੱਕ 55-60 ਸਾਲ ਦਾ ਬੰਦਾ ਖੂੰਖਾਰ ਅੱਤਵਾਦੀ ਤੁਹਾਨੂੰ ਨਜ਼ਰ ਆ ਰਿਹਾ ਹੈ, ਜਾਂ ਤੇ ਤੁਹਾਡੀ ਆਈਡੀਓਲੋਜੀ ਸਿਰਫ ਇਹ ਕਿ ਸਿੱਖਾਂ ਦੇ ਖਿਲਾਫ ਜਾਣਾ, ਸਿੱਖਾਂ ਨੂੰ ਹੀ ਬਦਨਾਮ ਕਰਨਾ ਹੈਗਾ। ਔਰ ਦੂਸਰਾ, ਇਹ ਡੈਫਰ ਕਰਨ ਦਾ ਮਤਲਬ ਇਹ ਹੈਗਾ ਕਿ ਜਿਹੜੇ ਸਿੱਖ ਜਿਹੜੇ ਪ੍ਰੋਟੈਸਟ ਇੱਥੇ ਕਰ ਰਹੇ ਹਨ ਦਿੱਲੀ ਅੰਦਰ ਲਗਾਤਾਰ, ਭਾਵੇਂ ਮਨਜੀਤ ਸਿੰਘ ਜੀ ਕੇ ਸਾਡੇ ਨਾਲ ਖੜੇ ਹਨ, ਹੋਰ ਵੀ ਜਥੇਬੰਦੀਆਂ ਜਿਹੜੀ ਹੈਗੀਆਂ ਨਰੋਲ ਚੱਲ ਰਹੀਆਂ ਸਾਡੇ ਨਾਲ ਖੜੀਆਂ ਹਨ, ਉਹ ਇਹ ਗੱਲ ਸਮਝ ਰਹੀਆਂ ਨੇ ਕਿ ਜਿਸ ਪ੍ਰਕਾਰ ਨਾਲ ਸਾਨੂੰ ਪੰਜਾਬ 'ਚ ਬੇਵਕੂਫ ਬਣਾਇਆ ਗਿਆ ਹੈ ਕਹਿ ਕੇ ਭਗਵੰਤ ਮਾਨ ਵੱਲੋਂ ਦੀ ਕਿ LG ਕੋ ਫਾਈਲ ਪਈ ਹੈ, ਉਹ ਅੱਜ ਸਾਰੇ ਪੰਜਾਬ ਦੇ ਵਰਕਰਾਂ ਦੇ ਆਮ ਆਦਮੀ ਪਾਰਟੀ ਦੀ ਚਪੇੜ ਹੈਗੀ ਹੈ ਕਿ ਫਾਈਲ ਤੁਹਾਡੇ ਕੋਲ ਹੀ ਹੈ। LG ਕੋ ਉਹ ਫਾਈਲ ਨਹੀਂ ਪਹੁੰਚੀ ਕਿਸੇ ਵੀ ਪਾਸੋਂ ਦੀ। ਉਹ ਫਾਈਲ ਜਦ ਤੱਕ LG ਕੋ ਪਹੁੰਚਣੀ ਹੈ ਤੁਹਾਡੇ ਸਾਈਨ ਹੋ ਕੇ ਜਾਣਗੇ। ਤੁਸੀਂ ਅਗਰ ਸਾਈਨ ਨਹੀਂ ਕਰਦੇ ਹੋ, ਉਹ ਫਾਈਲ ਕਿਸੇ ਵੀ ਪ੍ਰਕਾਰ ਨਾਲ LG ਕੋ ਨਹੀਂ ਜਾ ਸਕਦੀ। ਇਟ ਮੀਨਸ ਤੁਸੀਂ ਆਪਣਾ MCD ਦਾ ਇਲੈਕਸ਼ਨ ਜਿਹੜੇ ਤੁਸੀਂ ਸਿੱਖਾਂ ਦੇ ਵਿੱਚ ਪਾੜ ਪਾਉਣ ਲਈ ਨਵੇਂ ਵਰਤੀਰੇ ਪਾਰ ਰਹੇ ਹੋ, ਨਵੇਂ ਸਿੱਖ ਚਿਹਰੇ ਖੜੇ ਕਰ ਦਿੱਤੇ MCD ਵਾਸਤੇ ਕਿ ਵੀ ਇਹ ਸਾਡੇ ਸਿੱਖ ਸਾਡੇ ਨਾਲ ਨੇ। ਮੈਂ ਉਹਨਾਂ ਮੂਰਖਾਂ ਨੂੰ ਵੀ ਕਹਿਣਾ ਚਾਹਾਂਗਾ, ਉਹ ਘੱਟੋ ਘੱਟ ਆਪਣੀ ਕੌਮ ਲਈ ਤਾਂ ਖੜੇ ਹੋ ਜਾਓ। ਤੁਹਾਡੀ ਕੌਮ ਤੁਹਾਡੇ ਤੇ ਆਸ ਰੱਖ ਕੇ ਬੈਠੀ ਕਿ ਪੱਗਾਂ ਵਾਲੇ ਕਿਤੇ ਸਾਡਾ ਸਟੈਂਡ ਲੈਣਗੇ, ਸਰਕਾਰ 'ਚ ਸਾਡੀ ਗੱਲ ਕਰਨਗੇ। ਪੱਗ ਬੰਨ ਕੇ ਅਗਰ ਭਗਵੰਤ ਮਾਨ ਸਿੰਘ ਸਮਝ ਸਕਦਾ ਕਿ ਬਿਨਾਂ ਪੱਗ ਦਾ ਕੋਈ ਵੀ CM ਪੰਜਾਬ 'ਚ ਨਹੀਂ ਖੜਾ ਹੋ ਸਕਦਾ, ਤਾਂ ਤੁਹਾਨੂੰ ਇੰਨੀ ਗੱਲ ਸਮਝ ਨਹੀਂ ਆ ਰਹੀ ਕਿ ਦਿੱਲੀ 'ਚ ਤੁਹਾਨੂੰ ਆਵਾਜ਼ ਚੱਕਣੀ ਚਾਹੀਦੀ ਹੈ। ਕਿਸੇ ਦੇ ਕੋਈ ਮੁੱਦਾ ਤਾਂ ਚੱਕ ਲਓ। ਸਾਰੇ ਮੁੱਦੇ ਜਿਹੜੇ ਨੇ ਇਹ ਸਾਡੇ ਵਰਗੀ ਪਾਰਟੀਆਂ, ਸਾਡੇ ਵਰਗੇ ਜਥੇਬੰਦੀਆਂ ਕਿਉਂ ਚੱਕ ਰਹੀਆਂ ਨੇ ਬਾਰ-ਬਾਰ? ਤੁਹਾਡੀ ਸ਼ਮਤਾ ਸਿੱਖਾਂ ਦੇ ਖਿਲਾਫ ਚੱਲ ਰਹੀ ਹੈ, ਸਿੱਖਾਂ ਦੇ ਨਾਲ ਚੱਲਦੀ, ਭਲੇ ਇਹ ਕੈਪੇਬਿਲਿਟੀ ਆਪਣੀ ਦਿਖਾਉਣੀ ਸ਼ੁਰੂ ਕਰੋ। ਦੂਸਰਾ ਮੁੱਦਾ ਜਿਹੜਾ ਇਸ ਟਾਈਮ ਕੇਜਰੀਵਾਲ ਸਰਕਾਰ ਦੇ ਕੋਲ ਹੈਗਾ, ਉਹ ਹੈਗਾ ਜਗਤਾਰ ਸਿੰਘ ਹਵਾਲਾ ਜੀ ਦੀ ਟਰਾਂਸਫਰ ਦਾ। ਉਹਨਾਂ ਨੂੰ ਪਿਛਲੇ 15 ਸਾਲ ਤੋਂ ਜੇਲ੍ਹ 'ਚ, ਤਿਹਾੜ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ। ਜੇ ਦੀ ਕਸਟਡੀ ਇੰਨੀ ਵੱਡੀ ਹੁੰਦੀ ਹੈ, ਉਹਦੇ ਕੇਸ ਖਤਮ ਹੋਣੇ ਚਾਹੀਦੇ ਨੇ। ਪਹਿਲੀ ਗੱਲ ਤੇ ਉਹ ਖਤਮ ਹੀ ਨਹੀਂ ਕੀਤੇ ਜਾਂਦੇ। 26 ਸਾਲ ਪਲੱਸ ਕਸਟਡੀ ਉਹਨਾਂ ਦੀ ਹੈਗੀ ਹੈ ਔਨ ਰਿਕਾਰਡ ਪੇਪਰ। ਤਿਹਾੜ ਜੇਲ੍ਹ ਦੇ ਅੰਦਰ, ਸੁਪਰੀਮ ਕੋਰਟ ਦੇ ਅੰਦਰ, ਹਾਈ ਕੋਰਟ ਦੇ ਅੰਦਰ ਉਹਨਾਂ ਦੇ ਕੇਸ ਹਾਈ ਕੋਰਟ ਚੱਲ ਰਿਹਾ, ਸੈਸ਼ਨ ਕੋਰਟ ਕੋਈ ਕੇਸ ਨਹੀਂ ਚੱਲ ਰਿਹਾ ਉਹਨਾਂ ਦਾ। ਸਾਰਿਆਂ ਦੇ ਵਿੱਚ 26 ਸਾਲ ਦੀ ਕਸਟਡੀ ਔਨ ਰਿਕਾਰਡ ਹੈਗੀ ਹੈ, ਪਰ ਕਿਸੇ ਵੀ ਪ੍ਰਕਾਰ ਨਾਲ ਉਹਨਾਂ ਨੂੰ ਛੱਡਣ ਦੀ ਗੱਲ ਨਹੀਂ ਕੀਤੀ ਜਾਂਦੀ। ਇਹਨਾਂ ਨੂੰ ਅੱਜ ਵੀ ਸਾਡੇ 50-50 ਸਾਲ ਦੇ ਬੰਦੇ ਖੂੰਖਾਰ ਅੱਤਵਾਦੀ ਨਜ਼ਰ ਆ ਰਹੇ ਨੇ। ਉਹਨਾਂ ਦੇ ਉੱਤੇ ਇਹ ਧਾਰਾ ਲਾ ਕੇ ਉਹਨਾਂ ਨੂੰ ਬੰਦ ਕੀਤਾ ਗਿਆ ਕਿ ਇਹ 268 IPC ਧਾਰਾ ਦੇ ਅੰਦਰ ਆਉਂਦੇ ਹਨ। ਇਹਨਾਂ ਨੂੰ ਕਿਸੇ ਵੀ ਪ੍ਰਕਾਰ ਨਾਲ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਆਉਣਾ ਚਾਹੀਦਾ। ਇਹਨਾਂ ਦੀ ਕਿਸੇ ਵੀ ਕੋਰਟ ਦੇ ਅੰਦਰ ਪੇਸ਼ੀ ਨਹੀਂ ਕੀਤੀ ਜਾਂਦੀ। ਇਹ ਹਵਾਲਾ ਦੇ ਕੇ ਕਿ ਇਹਨਾਂ ਦੇ 268 ਧਾਰਾ ਲੱਗੀ ਹੋਈ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਪੂਰੀ ਕੌਮ ਨੂੰ, ਪੂਰੇ ਦੇਸ਼ ਨੂੰ ਇਹ ਗੱਲ ਦੱਸਣਾ ਚਾਹੁੰਦਾ ਵਾਂ, 268 ਧਾਰਾ ਜਿਹੜੀ ਸੀਗੀ ਉਹ 2010 ਵਿੱਚ ਟੁੱਟ ਚੁੱਕੀ ਹੈ। ਅੱਜ 12 ਸਾਲ ਹੋ ਗਏ ਉਸ ਬੰਦੇ ਨੂੰ ਤੁਸੀਂ ਜੇਲ੍ਹ ਤੋਂ ਬਾਹਰ ਨਹੀਂ ਕੱਢ ਰਹੇ ਹੋ। ਤੁਸੀਂ ਹਰ ਪ੍ਰਕਾਰ ਨਾਲ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ।